ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੇ ਸਭ ਤੇਰੇ, ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਆਥ ਸੰਸਾਰ ਮੈਂ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਏਹੀ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਬਾਰਗਾਹ ਦੇ ਅੰਦਰ ਸੁਸ਼ੋਭਿਤ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ, ਬਹੁਤ ਵੱਡੇ ਭਾਗ ਨੇ ਜੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਅਮੁੱਲਕ ਘੜੀਆਂ ਸਫਲੀਆਂ ਕਰ ਰਹੇ ਹਾਂ। ਸਾਧ ਸੰਗਤ ਅਨਹਦ ਕੀਰਤਨ ਸੁਸਾਇਟੀ ਚੈਨਲ ਯੂਕੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ, ਜਿਸ ਉਪਰਾਲੇ ਤਹਿਤ ਦਾਸ ਨੇ ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਤੱਕ ਦਾ ਇਤਿਹਾਸ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਸੀ। ਅਗਲੇਰਾ ਇਤਿਹਾਸ ਦਾਸ ਨੇ ਆਪ ਸੰਗਤ ਦੇ ਨਾਲ ਸਾਂਝਾ ਕਰਨਾ ਹੈ। ਆਓ ਸਾਧ ਸੰਗਤ ਅਗਲੇਰੀਆਂ ਵਿਚਾਰਾਂ ਅਗਲੇਰਾ ਇਤਿਹਾਸ ਆਰੰਭ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ।
ਇੱਕੋ ਵਾਰੀ ਕਹਿਣ ਤੇ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਦਾਸ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਸੀ ਕਿ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਘਰ ਕੀਰਤਪੁਰ ਸਾਹਿਬ ਦੀ ਧਰਤੀ ਤੇ 1656 ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਬਚਪਨਾ ਪਿਤਾ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦੇਖ ਰੇਖ ਦੇ ਵਿੱਚ ਬਤੀਤ ਹੋਇਆ, ਔਰ ਜਿੰਨੇ ਵੀ ਰੱਬੀ ਗੁਣ ਸਨ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ, ਉਹ ਸਾਰੇ ਹੀ ਰੱਬੀ ਗੁਣ, ਉਹ ਸਾਰੀਆਂ ਹੀ ਰੱਬੀ ਬਖਸ਼ਿਸ਼ਾਂ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਪਾ ਦਿੱਤੀਆਂ। ਸਾਧ ਸੰਗਤ, ਜੇ ਆਪਾਂ ਉਸ ਸਮੇਂ ਹਿੰਦੁਸਤਾਨ ਦੇ ਰਾਜਸੀ ਹਾਲਾਤਾਂ ਦੀ ਗੱਲ ਕਰੀਏ, ਉਸ ਸਮੇਂ ਸ਼ਾਹਜਹਾਂ ਦੇ ਸਪੁੱਤਰ ਦਾਰਾ ਸ਼ਿਕੋਹ ਨੂੰ ਉਸ ਦੇ ਹੀ ਭਰਾ ਔਰੰਗਜ਼ੇਬ ਨੇ ਧੋਖੇ ਦੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਜਿਹੜਾ ਸੀ ਉਹ ਖਵਾ ਦਿੱਤਾ। ਉਹ ਉਹਦੇ ਅੰਦਰ ਚਲਿਆ ਗਿਆ, ਜਿਸ ਦੇ ਨਾਲ ਦਾਰਾ ਸ਼ਿਕੋਹ ਦੇ ਪੇਟ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ। ਔਰ ਸਾਧ ਸੰਗਤ, ਮੈਂ ਬੇਨਤੀ ਕਰਾਂ, ਦਾਰਾ ਸ਼ਿਕੋਹ ਨੇ ਪੂਰੇ ਹਿੰਦੁਸਤਾਨ ਦੇ ਵੈਦਾਂ ਕੋਲੋਂ ਆਪਣਾ ਇਲਾਜ ਕਰਾਇਆ, ਪਰ ਕਿਤੇ ਵੀ ਉਹਨੂੰ ਆਰਾਮ ਨਾ ਮਿਲਿਆ, ਉਹਦਾ ਰੋਗ ਠੀਕ ਨਾ ਹੋਇਆ। ਤੇ ਕਿਸੇ ਨੇ ਸ਼ਾਹਜਹਾਂ ਨੂੰ ਆਖਿਆ ਕਿ ਜੇ ਤੂੰ ਆਪਣੇ ਪੁੱਤਰ ਨੂੰ ਠੀਕ ਕਰਨਾ ਚਾਹੁੰਦਾ ਹੈ ਜਾਂ ਠੀਕ ਵੇਖਣਾ ਚਾਹੁੰਦਾ ਹੈ, ਤੇ ਤੂੰ ਆਪਣੇ ਪੁੱਤਰ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਜਾ। ਉੱਥੇ 7ਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਵਾਖਾਨਾ ਚਲਾਉਂਦੇ ਨੇ, ਲੋਕਾਂ ਦੇ ਦੁੱਖ ਦੂਰ ਕਰਦੇ ਨੇ। ਤੇ ਜੇ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਕਰੋਗੇ ਤੇ ਗੁਰੂ ਸਾਹਿਬ ਤੁਹਾਡਾ ਵੀ ਦੁੱਖ ਜਿਹੜਾ ਹੈ ਉਹ ਜ਼ਰੂਰ ਦੂਰ ਕਰਨਗੇ। ਤੇ ਸਾਧ ਸੰਗਤ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਗੁਰੂ ਨਿਰਵੈਰ ਹੈ, ਗੁਰੂ ਦਾ ਕਿਸੇ ਨਾਲ ਕੋਈ ਵੈਰ ਨਹੀਂ। ਤੇ ਮੇਰੇ ਗੁਰੂ ਦਾ ਮੁੱਢ ਕਦੀਮਾ ਇਹ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਸਾਧ ਸੰਗਤ, ਧਿਆਨ ਦੇਣਾ, ਦਾਰਾ ਸ਼ਿਕੋਹ ਆਪਣੇ ਪਿਤਾ ਸ਼ਾਹਜਹਾਂ ਦੇ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਇਆ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦਵਾਖਾਨੇ ਵਿੱਚੋਂ ਦਵਾਈ ਦਿੱਤੀ ਤੇ ਨਾਲ ਇਹ ਗੱਲ ਕਹੀ, ਰੱਬ ਦੀ ਭਗਤੀ ਕਰਨੀ ਹੈ, ਪਰਮਾਤਮਾ ਦੀ ਭਗਤੀ ਕਰਨੀ ਹੈ। ਕਹਿੰਦੇ ਦਾਰਾ ਸ਼ਿਕੋਹ ਨੇ ਦਵਾਈ ਖਾਧੀ, ਉਸ ਰੱਬ ਦੇ ਅੱਗੇ, ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ ਤੇ ਦਾਰਾ ਸ਼ਿਕੋਹ ਬਿਲਕੁਲ ਠੀਕ ਹੋ ਗਿਆ। ਹੁਣ ਸਾਧ ਸੰਗਤ, ਧਿਆਨ ਦੇਣਾ, ਜਦੋਂ ਦਾਰਾ ਸ਼ਿਕੋਹ ਬਿਲਕੁਲ ਠੀਕ ਹੋ ਗਿਆ ਤੇ ਜਿਹੜਾ ਧੀਰ ਮੱਲ ਸੀ, ਕਿਉਂਕਿ ਇਸ ਤੋਂ ਬਾਅਦ ਜਿਹੜੀ ਗੱਦੀ ਜਿਹੜੀ ਸੀ ਉਹ ਔਰੰਗਜ਼ੇਬ ਨੂੰ ਮਿਲੀ, ਜਿਹੜਾ ਧੀਰ ਮੱਲ ਸੀ ਇਹਨੇ ਔਰੰਗਜ਼ੇਬ ਦੇ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਛੋਟੇ ਭਰਾ ਨੇ, ਤੇ ਜਿਹੜੀ ਗੁਰਤਾ ਗੱਦੀ ਸੀ ਉਹ ਮੈਨੂੰ ਮਿਲਣੀ ਚਾਹੀਦੀ ਸੀ, ਤੇ ਮੈਨੂੰ ਮਿਲਣ ਦੀ ਬਜਾਏ ਜਿਹੜੀ ਗੁਰਤਾ ਗੱਦੀ ਹੈ ਉਹ ਮੇਰੇ ਛੋਟੇ ਭਰਾ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੇ ਦਿੱਤੀ ਗਈ। ਜਦੋਂ ਇਹ ਸ਼ਿਕਾਇਤ ਧੀਰ ਮੱਲ ਨੇ ਔਰੰਗਜ਼ੇਬ ਨੂੰ ਕੀਤੀ ਤੇ ਔਰੰਗਜ਼ੇਬ ਨੇ ਧੀਰ ਮੱਲ ਦੀ ਗੱਲ ਵੱਲ ਸਾਧ ਸੰਗਤ ਕੋਈ ਧਿਆਨ ਨਾ ਦਿੱਤਾ, ਤੇ ਫਿਰ ਉਹਨੇ ਇਹ ਸ਼ਿਕਾਇਤ ਕੀਤੀ ਕਿ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ, ਉਹਨੂੰ ਆਪਣੇ ਦਵਾਖਾਨੇ ਵਿੱਚੋਂ ਦਵਾਈ ਦਿੱਤੀ ਹੈ। ਤੇ ਸਾਧ ਸੰਗਤ, ਧਿਆਨ ਦੇਣਾ, ਇਸ ਪੂਰੇ ਮਾਮਲੇ ਨੂੰ ਨਜਿੱਠਣ ਵਾਸਤੇ ਔਰੰਗਜ਼ੇਬ ਨੇ ਪੰਜਾਬ ਦੇ ਇੱਕ ਮੁਸਲਮਾਨ
ਖਲੀਲ ਉੱਲਾ ਖਾਨ ਦੀ ਡਿਊਟੀ ਲਾਈ ਕਿ ਤੁਸੀਂ ਇਸ ਸਾਰੇ ਮਸਲੇ ਦੀ ਛਾਣਬੀਨ ਕਰੋ। ਪਰ ਸਾਧ ਸੰਗਤ ਉਹਦੀ ਪਹਿਲਾਂ ਹੀ ਮੌਤ ਹੋ ਗਈ। ਜਦੋਂ ਔਰੰਗਜ਼ੇਬ ਨੂੰ ਖਲੀਲ ਉੱਲਾ ਖਾਨ ਦੀ ਮੌਤ ਦਾ ਪਤਾ ਲੱਗਾ ਤੇ ਔਰੰਗਜ਼ੇਬ ਨੇ ਦਿੱਲੀ ਤੋਂ ਇੱਕ ਚਿੱਠੀ ਭੇਜੀ, ਜਿਸ ਦੇ ਵਿੱਚ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਮਹਾਰਾਜ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਤੈਨੂੰ ਨਹੀਂ ਮਿਲਣਾ। ਤੇ ਜਦੋਂ ਇਸ ਗੱਲ ਦਾ ਪਤਾ ਰਾਜਾ ਜੈ ਸਿੰਘ ਨੂੰ ਲੱਗਾ ਤੇ ਰਾਜਾ ਜੈ ਸਿੰਘ ਨੇ ਔਰੰਗਜ਼ੇਬ ਨੂੰ ਇਹ ਗੱਲ ਕਹੀ ਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਪਾਤਸ਼ਾਹ ਨੇ, ਦੀਨ ਦੁਨੀਆ ਦੇ ਮਾਲਕ ਨੇ, ਜੇ ਤੁਸੀਂ ਨਿਮਰਤਾ ਸਹਿਤ ਚਿੱਠੀ ਲਿਖੋਗੇ ਤੇ ਸਤਿਗੁਰੂ ਪਾਤਸ਼ਾਹ ਜੀ ਜ਼ਰੂਰ ਦਿੱਲੀ ਦੀ ਧਰਤੀ ਤੇ ਆਉਣਗੇ। ਤੇ ਸਾਧ ਸੰਗਤ ਔਰੰਗਜ਼ੇਬ ਨੇ ਦੁਬਾਰਾ ਨਿਮਰਤਾ ਸਹਿਤ ਚਿੱਠੀ ਲਿਖੀ ਤੇ ਮਹਾਰਾਜ ਨੇ ਆਪਣੇ ਵੱਡੇ ਸਪੁੱਤਰ ਰਾਮ ਰਾਏ ਦੀ ਡਿਊਟੀ ਲਾਈ। ਰਾਮ ਰਾਏ ਦਿੱਲੀ ਜਾਏਗਾ ਔਰ ਜਿਹੜੇ ਵੀ ਕੁਝ ਸ਼ੰਕੇ ਨੇ ਔਰੰਗਜ਼ੇਬ ਦੇ, ਮੇਰਾ ਵੱਡਾ ਸਪੁੱਤਰ ਰਾਮ ਰਾਏ ਜਿਹੜਾ ਹੈ ਉਹਨਾਂ ਸ਼ੰਕਿਆਂ ਨੂੰ ਦੂਰ ਕਰੇਗਾ, ਉਹਨਾਂ ਸ਼ੰਕਿਆਂ ਦੀ ਨਿਵਰਤੀ ਕਰੇਗਾ। ਤੇ ਸਾਧ ਸੰਗਤ ਧਿਆਨ ਦੇਣਾ, ਰਾਮ ਰਾਏ ਜੋ ਕਿ ਬੜਾ ਹਾਜ਼ਰ ਜਵਾਬੀ ਸੀ, ਬੜਾ ਸਿਆਣਾ ਸੀ, ਬੜਾ ਸੂਝਵਾਨ ਸੀ, ਬੜਾ ਸਮਝਦਾਰ ਸੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਰਾਮ ਰਾਏ ਨੂੰ ਦਿੱਲੀ ਤੋਰਨ ਤੋਂ ਪਹਿਲਾਂ ਇਹ ਗੱਲ ਕਹੀ, ਪੁੱਤਰ ਜੀ ਘਬਰਾਉਣਾ ਨਹੀਂ, ਅਕਾਲ ਪੁਰਖ ਪਰਮਾਤਮਾ ਅਤੇ ਗੁਰੂ ਨਾਨਕ ਸਦਾ ਹੀ ਤੁਹਾਡੇ ਅੰਗ ਸੰਗ ਹੈ। ਉਹ ਦੁਨਿਆਵੀ ਬਾਦਸ਼ਾਹ ਹੈ, ਦੁਨਿਆਵੀ ਬਾਦਸ਼ਾਹ ਦਾ ਡਰ ਤੁਸੀਂ ਆਪਣੇ ਮਨ ਦੇ ਵਿੱਚ ਨਹੀਂ ਰੱਖਣਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਅਕਾਲ ਪੁਰਖ ਤੇ ਭਰੋਸਾ ਰੱਖਣਾ ਹੈ, ਗੁਰੂ ਨਾਨਕ ਤੇ ਭਰੋਸਾ ਰੱਖਣਾ ਹੈ। ਸਾਧ ਸੰਗਤ ਰਾਮ ਰਾਏ ਦਿੱਲੀ ਗਿਆ ਤੇ ਕਹਿੰਦੇ ਜਦੋਂ ਰਾਮ ਰਾਏ ਦਿੱਲੀ ਗਿਆ ਔਰੰਗਜ਼ੇਬ ਨੂੰ ਮਿਲਿਆ ਤੇ ਔਰੰਗਜ਼ੇਬ ਨੇ ਰਾਮ ਰਾਏ ਦੀ ਅਜ਼ਮਤ ਦੀ ਅਜ਼ਮਾਇਸ਼ ਕਰਨ ਵਾਸਤੇ ਬਹੁਤ ਸਾਰੇ ਉਹਨੂੰ ਸਵਾਲ ਪੁੱਛੇ ਔਰ ਹਰ ਇੱਕ ਸਵਾਲ ਦਾ ਜਵਾਬ ਰਾਮ ਰਾਏ ਨੇ ਬਖੂਬੀ ਢੰਗ ਦੇ ਨਾਲ ਦਿੱਤਾ। ਜਦੋਂ ਬਖੂਬੀ ਢੰਗ ਦੇ ਨਾਲ ਰਾਮ ਰਾਏ ਨੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਤੇ ਸਾਧ ਸੰਗਤ ਔਰੰਗਜ਼ੇਬ ਦੇ ਮਨ ਦੇ ਉੱਤੇ ਬੜਾ ਚੰਗਾ ਅਸਰ ਹੋਇਆ, ਬੜਾ ਵਧੀਆ ਪ੍ਰਭਾਵ ਪਿਆ ਔਰ ਇਹਨਾਂ ਦੋਵਾਂ ਦੀ ਮਿੱਤਰਤਾ ਬਣ ਗਈ। ਇਹਨਾਂ ਦੋਵਾਂ ਦੀ ਮਿੱਤਰਤਾ ਬਣ ਗਈ। ਔਰੰਗਜ਼ੇਬ ਰਾਮ ਰਾਏ ਤੋਂ, ਉਹਦੀ ਸਿਆਣਪ ਤੋਂ, ਉਹਦੀ ਸਮਝਦਾਰੀ ਤੋਂ, ਉਹਦੀ ਸੂਝਵਾਨਤਾ ਤੋਂ, ਉਹਦੀ ਗਿਆਨਤਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਹੁਣ ਸਾਧ ਸੰਗਤ ਉਹਦਾ ਚੰਗਾ ਅਸਰ ਰਸੂਖ ਬਣ ਗਿਆ। ਰਾਮ ਰਾਏ ਦੀ ਤੇ ਔਰੰਗਜ਼ੇਬ ਦੀ ਚੰਗੀ ਮਿੱਤਰਤਾ ਬਣ ਗਈ। ਹੁਣ ਜਿਹੜੇ ਔਰੰਗਜ਼ੇਬ ਦੇ ਦਰਬਾਰੀ ਸੀ ਜਾਂ ਕਾਜੀ ਸੀ, ਉਹਨਾਂ ਨੂੰ ਇਹ ਗੱਲ ਪਸੰਦ ਨਾ ਆਈ ਤੇ ਜਿਹੜੇ ਦਰਬਾਰ ਦੇ ਕਾਜੀ ਸੀ ਉਹ ਔਰੰਗਜ਼ੇਬ ਨੂੰ ਕਹਿਣ ਲੱਗੇ ਕਿ ਜੇ ਰਾਮ ਰਾਏ ਏਡਾ ਹੀ ਸਿਆਣਾ ਹੈ, ਸਮਝਦਾਰ ਹੈ, ਸੂਝਵਾਨ ਹੈ, ਇੰਨੀ ਇਹਦੇ ਵਿੱਚ ਅਜ਼ਮਤ ਹੈ ਤੇ ਫਿਰ ਇਹਨੂੰ ਆਹ ਗੱਲ ਪੁੱਛੋ ਕਿ ਬਾਣੀ ਦੇ ਵਿੱਚ ਜਿਹੜੀ ਆਹ ਪੰਗਤੀ ਆਉਂਦੀ ਹੈ, ਮਿੱਟੀ ਮੁਸਲਮਾਨ ਕੀ ਪੇੜੈ ਪਈ ਕਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਤੀ ਕਰੇ ਪੁਕਾਰ, ਕਿ ਇਹਦੇ ਵਿੱਚ ਇਸਲਾਮ ਨੂੰ ਮਾੜਾ ਆਖਿਆ ਗਿਆ ਹੈ, ਇਸਲਾਮ ਦੀ ਤੋਹੀਨ ਕੀਤੀ ਗਈ ਹੈ। ਵੇਖੋ ਸਾਧ ਸੰਗਤ, ਇੱਥੇ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂਗਾ। ਜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਕਰੀਏ ਨਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਆਖਿਆ ਗਿਆ, ਕਿਸੇ ਵੀ ਧਰਮ ਦੀ ਨਿੰਦਾ ਨਹੀਂ ਕੀਤੀ ਗਈ। ਸਗੋਂ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਜਿੱਥੇ ਸਿੱਖ ਦੀ ਡੈਫੀਨੇਸ਼ਨ ਦਿੱਤੀ ਹੈ, ਜਿੱਥੇ ਸਿੱਖ ਦੀ ਪਰਿਭਾਸ਼ਾ ਦਿੱਤੀ ਹੈ, ਉੱਥੇ ਮਹਾਰਾਜ ਨੇ ਹਿੰਦੂ ਦੀ ਪਰਿਭਾਸ਼ਾ ਵੀ ਦਿੱਤੀ ਹੈ, ਉੱਥੇ ਪਾਤਸ਼ਾਹ ਨੇ ਪੰਡਤ ਦੀ ਪਰਿਭਾਸ਼ਾ ਵੀ ਦਿੱਤੀ ਹੈ ਤੇ ਉੱਥੇ ਮਹਾਰਾਜ ਨੇ ਬਾਣੀ ਦੇ ਵਿੱਚ ਮੁਸਲਮਾਨ ਦੀ ਪਰਿਭਾਸ਼ਾ ਵੀ ਦਿੱਤੀ ਹੈ। ਹੁਣ ਪੁੱਛੀਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ, ਸਤਿਗੁਰੂ ਪਾਤਸ਼ਾਹ ਜੀ ਤੁਸੀਂ ਸਾਡੇ ਗੁਰੂ ਹੋ, ਮਹਾਰਾਜ ਅਸੀਂ ਤੁਹਾਡਾ ਦਿਲੋਂ ਸਤਿਕਾਰ ਕਰਦੇ ਹਾਂ, ਪਾਤਸ਼ਾਹ ਜੀ ਸਾਨੂੰ ਦੱਸੋ ਅਸਲ ਦੇ ਵਿੱਚ ਸੱਚਾ ਤੇ ਸੁੱਚਾ ਮੁਸਲਮਾਨ ਕੌਣ ਹੈ? ਤੇ ਮਹਾਰਾਜ ਕਹਿੰਦੇ ਨੇ ਮੁਸਲਮਾਨ ਮੋਮ ਦਿਲ ਹੋਵੇ,
ਮੁਸਲਮਾਨ ਉਹ ਹੈ ਜਿਹਦਾ ਹਿਰਦਾ ਮੋਮ ਵਰਗਾ ਹੋਵੇ। ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਆਉਂਦੇ ਨੇ, ਮੁਸਲਮਾਨ ਕਹਾਵਣ ਮੁਸ਼ਕਿਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ। ਹੁਣ ਧਿਆਨ ਦੇਣਾ ਸਾਧ ਸੰਗਤ, ਜਦੋਂ ਕਾਜ਼ੀਆਂ ਨੇ ਰਾਮ ਰਾਏ ਨੂੰ ਆਹ ਗੱਲ ਪੁੱਛੀ ਕਿ ਇੱਥੇ ਇਸਲਾਮ ਦੀ ਤੋਹੀਨ ਕੀਤੀ ਗਈ ਹੈ, ਤੇ ਰਾਮ ਰਾਏ ਨੇ ਸਗੋਂ ਜਵਾਬ ਦੇਣ ਦੀ ਬਜਾਏ ਜਿਹੜਾ ਉਹਦਾ ਅਸਰ ਰਸੂਖ ਔਰੰਗਜ਼ੇਬ ਨਾਲ ਬਣਿਆ ਸੀ ਉਹਨੂੰ ਕਾਇਮ ਰੱਖਣ ਵਾਸਤੇ ਇਹ ਗੱਲ ਕਹਿ ਦਿੱਤੀ ਕਿ ਇੱਥੇ ਲਿਖਾਰੀ ਕੋ ਭੁੱਲ ਹੋ ਗਈ ਹੈ, ਲਿਖਾਰੀ ਨੇ ਗਲਤੀ ਕਰ ਦਿੱਤੀ ਹੈ, ਇੱਥੇ ਅਸਲ ਦੇ ਵਿੱਚ ਮਿੱਟੀ ਮੁਸਲਮਾਨ ਕੀ ਨਹੀਂ ਸੀ ਆਉਣਾ, ਇੱਥੇ ਸ਼ਬਦ ਆਉਣਾ ਸੀ ਮਿੱਟੀ ਬੇਈਮਾਨ ਕੀ। ਹੁਣ ਧਿਆਨ ਦੇਣਾ ਸਾਧ ਸੰਗਤ, ਜਦੋਂ ਇਸ ਗੱਲ ਦਾ ਪਤਾ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੱਗਾ, ਸਤਿਗੁਰੂ ਪਾਤਸ਼ਾਹ ਜੀ ਨੂੰ ਬੜਾ ਗੁੱਸਾ ਆਇਆ ਕਿ ਤੁਸੀਂ ਗੁਰਬਾਣੀ ਦੀ ਤੁਕ ਬਦਲੀ ਹੈ, ਗੁਰਬਾਣੀ ਦੀ ਬੇਅਦਬੀ ਕੀਤੀ ਹੈ। ਗੁਰੂ ਹਰ ਰਾਏ ਸਾਹਿਬ ਮਹਾਰਾਜ ਕਹਿੰਦੇ, ਅੱਜ ਤੋਂ ਬਾਅਦ ਅਸੀਂ ਤੁਹਾਡੇ ਕੁਝ ਨਹੀਂ ਲੱਗਦੇ, ਨਾ ਤੁਸੀਂ ਸਾਡੇ ਸੁਪੁੱਤਰ, ਨਾ ਅਸੀਂ ਤੁਹਾਡੇ ਪਿਤਾ, ਜਿੱਧਰ ਨੂੰ ਵੀ ਤੁਹਾਡਾ ਮੂੰਹ ਹੈ ਉਧਰ ਨੂੰ ਹੀ ਚਲੇ ਜਾਓ, ਤੁਸੀਂ ਵਾਪਸ ਹੁਣ ਘਰ ਨਹੀਂ ਆਉਣਾ, ਸਾਡਾ ਤੁਹਾਡਾ ਕੋਈ ਰਿਸ਼ਤਾ ਨਹੀਂ। ਸਾਧ ਸੰਗਤ, ਇੱਥੇ ਮੈਂ ਬੇਨਤੀ ਕਰਾਂਗਾ, ਵੇਖੋ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਦਾ ਕਿੰਨਾ ਸਤਿਕਾਰ ਕਰਦੇ ਨੇ, ਗੁਰੂ ਸਾਹਿਬ ਦੇ ਮਨ ਦੇ ਵਿੱਚ ਬਾਣੀ ਦਾ ਕਿੰਨਾ ਸਤਿਕਾਰ ਹੈ। ਇੱਕ ਮੈਂ ਇੱਥੇ ਹੋਰ ਬੇਨਤੀ ਕਰਾਂਗਾ ਸਾਧ ਸੰਗਤ, ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਦਿਨ ਆਪਣੇ ਮਹਿਲਾਂ ਦੇ ਵਿੱਚ ਵਿਸ਼ਰਾਮ ਕਰ ਰਹੇ ਨੇ, ਸ਼ਾਮ ਦਾ ਸਮਾਂ ਹੈ, ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦੀਆਂ ਆ ਰਹੀਆਂ ਨੇ। ਜਦੋਂ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦੀਆਂ ਆ ਰਹੀਆਂ ਨੇ, ਮਹਾਰਾਜ ਸੁੱਤੇ ਪਏ ਨੇ, ਸ਼ਾਮ ਦਾ ਸਮਾਂ ਹੈ, ਜਦੋਂ ਸਤਿਗੁਰੂ ਪਾਤਸ਼ਾਹ ਦੇ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪਈ ਤੇ ਮਹਾਰਾਜ ਇੱਕਦਮ ਉੱਠੇ। ਜਦੋਂ ਸਤਿਗੁਰੂ ਪਾਤਸ਼ਾਹ ਜੀ ਇੱਕਦਮ ਉੱਠੇ ਤੇ ਮਹਾਰਾਜ ਦਾ ਜਿਹੜਾ ਗੋਡਾ ਹੈ ਉਹ ਦੂਸਰੇ ਮੰਜੇ ਨਾਲ ਵੱਜ ਗਿਆ ਤੇ ਗੁਰੂ ਸਾਹਿਬ ਦੇ ਗੋਡੇ ਦੇ ਵਿੱਚੋਂ ਲਹੂ ਨਿਕਲਣਾ ਸ਼ੁਰੂ ਹੋ ਗਿਆ, ਖੂਨ ਨਿਕਲਣਾ ਸ਼ੁਰੂ ਹੋ ਗਿਆ। ਜਦੋਂ ਸਿੱਖ ਸੰਗਤਾਂ ਨੇ ਵੇਖਿਆ ਕਿ ਮਹਾਰਾਜ ਦੇ ਗੋਡੇ ਵਿੱਚੋਂ ਖੂਨ ਨਿਕਲ ਰਿਹਾ ਹੈ, ਮਹਾਰਾਜ ਦੇ ਗੋਡੇ ਵਿੱਚੋਂ ਲਹੂ ਨਿਕਲ ਰਿਹਾ ਹੈ, ਤੇ ਸਿੱਖ ਸੰਗਤਾਂ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਕਹਿੰਦੀਆਂ ਨੇ, ਮਹਾਰਾਜ ਤੁਸੀਂ ਸਤਿਗੁਰੂ ਹੋ, ਬਾਣੀ ਵੀ ਤੁਹਾਡੀ ਏ, ਤੇ ਪਾਤਸ਼ਾਹ ਇੰਨੀ ਕਾਹਲੀ ਕਿਉਂ? ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਕਿਹਾ, ਨਹੀਂ, ਇਹ ਬਾਣੀ ਧੁਰ ਕੀ ਹੈ, ਇਹ ਬਾਣੀ ਨਿਰੰਕਾਰ ਦੀ ਹੈ, ਤੇ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਉਹ ਬਾਣੀ ਦਾ ਸਤਿਕਾਰ ਕਰੇ। ਸਾਧ ਸੰਗਤ, ਉੱਥੇ ਫਿਰ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਇਹ ਬਚਨ ਕਹੇ ਸੀ, ਜੋ ਸਿੱਖ ਗੁਰਬਾਣੀ ਭੈ ਕਰੇ, ਬਿਨ ਪ੍ਰਯਾਸ ਭਵ ਸਾਗਰ ਤਰੇ, ਜਿਨ ਪੈ ਅਦਬਣਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੀ ਹਮਾਰਾ। ਗੁਰੂ ਸਾਹਿਬ ਕਹਿੰਦੇ ਨੇ, ਮੇਰਾ ਸਿੱਖ ਹੀ ਉਹ ਹੈ ਜਿਹੜਾ ਗੁਰਬਾਣੀ ਦਾ ਅਦਬ ਕਰਦਾ ਏ, ਗੁਰਬਾਣੀ ਦਾ ਸਤਿਕਾਰ ਕਰਦਾ ਏ। ਤੇ ਮਹਾਰਾਜ ਕਹਿੰਦੇ, ਜਿਹੜਾ ਗੁਰਬਾਣੀ ਦਾ ਅਦਬ ਨਹੀਂ ਕਰਦਾ, ਜਿਹੜਾ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਮੇਰਾ ਕੁਝ ਨਹੀਂ ਲੱਗਦਾ। ਤੇ ਧਿਆਨ ਦੇਣਾ ਸਾਧ ਸੰਗਤ, ਰਾਮ ਰਾਏ ਨੇ ਗੁਰਬਾਣੀ ਦੀ ਬੇਅਦਬੀ ਕੀਤੀ, ਗੁਰਬਾਣੀ ਦੀ ਤੁਕ ਬਦਲ ਦਿੱਤੀ, ਗੁਰਬਾਣੀ ਦੀ ਪੰਕਤੀ ਬਦਲ ਦਿੱਤੀ, ਇੱਕ ਅੱਖਰ ਬਦਲ ਦਿੱਤਾ, ਤੇ ਗੁਰੂ ਸਾਹਿਬ ਕਹਿੰਦੇ ਤੇਰਾ ਅੱਜ ਤੋਂ ਸਾਡੇ ਨਾਲੋਂ ਰਿਸ਼ਤਾ ਟੁੱਟ ਗਿਆ, ਤੂੰ ਅੱਜ ਤੋਂ ਬਾਅਦ ਸਾਡਾ ਕੁਝ ਨਹੀਂ ਲੱਗਦਾ। ਹੁਣ ਧਿਆਨ ਦੇਣਾ, ਮਹਾਰਾਜ ਨੇ ਕਿਹਾ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਚਲਿਆ ਜਾ। ਔਰੰਗਜ਼ੇਬ ਨੇ ਵੇਖਿਆ ਕਿ ਗੁਰੂ ਦੇ ਵਿੱਚ ਤੇ ਗੁਰੂ ਦੇ ਪੁੱਤਰ ਦੇ ਵਿੱਚ ਪਾੜ ਪੈ ਗਈ ਏ, ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਇਸ ਪਾੜ ਨੂੰ ਹੋਰ ਅੱਗੇ ਵਧਾਉਣ ਵਾਸਤੇ ਉਹਨੇ ਜਿਹੜਾ ਰਾਮ ਰਾਏ ਸੀ ਉਹਨੂੰ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਆ, ਤੂੰ ਪਰਵਾਹ ਨਹੀਂ ਕਰਨੀ। ਤੇ ਸਾਧ ਸੰਗਤ ਧਿਆਨ ਦੇਣਾ, ਰਾਮ ਰਾਏ ਨੂੰ ਦੂਣ ਭੇਜ ਦਿੱਤਾ, ਜਿਹਦਾ ਅੱਜ ਦਾ ਨਾਮ ਦੇਹਰਾਦੂਨ ਹੈ। ਉਹਨੂੰ ਕਿਸੇ ਸਮੇਂ ਕੱਲਾ ਦੂਣ ਕਿਹਾ ਜਾਂਦਾ ਸੀ, ਉਹਦਾ ਕੱਲਾ ਨਾਮ ਜਿਹੜਾ ਦੂਣ ਸੀ, ਜਿਹਨੂੰ ਅੱਜ ਆਪਾਂ ਦੇਹਰਾਦੂਨ ਕਹਿੰਦੇ ਆ। ਤੇ ਦੇਹਰਾਦੂਨ ਨਾਮ ਕਿੱਦਾਂ ਪਿਆ? ਹੁਣ ਔਰੰਗਜ਼ੇਬ ਨੇ ਰਾਮ ਰਾਏ ਨੂੰ ਜਦੋਂ ਦੂਣ ਭੇਜਿਆ ਤੇ ਉਹਦੇ ਨਾਮ ਨਾਲ ਡੇਰੇ ਲਗਾ ਦਿੱਤੇ, ਭਾਵ ਉਹਦੇ ਨਾਮ ਨਾਲ ਜਗੀਰਾਂ ਲਾ ਦਿੱਤੀਆਂ, ਉਹਦੇ ਨਾਮ ਨਾਲ ਜ਼ਮੀਨ ਲਾ ਦਿੱਤੀ, ਜਗੀਰਾਂ ਲਾ ਦਿੱਤੀਆਂ, ਡੇਰੇ ਲਾ ਦਿੱਤੇ। ਤੇ ਉਸ ਤੋਂ ਬਾਅਦ ਉਸ ਜਿਹੜਾ ਸਟੇਟ ਹੈ
ਉਹ ਜਿਹੜਾ ਸ਼ਹਿਰ ਹੈ ਉਹਦਾ ਨਾਮ ਪੈ ਗਿਆ ਦੇਹਰਾਦੂਨ, ਉਹਦਾ ਨਾਮ ਦੇਹਰਾਦੂਨ ਪੈ ਗਿਆ ਜਦੋਂ ਔਰੰਗਜ਼ੇਬ ਨੇ ਰਾਮ ਰਾਏ ਦੇ ਨਾਲ ਡੇਰੇ ਲਵਾ ਦਿੱਤੇ। ਹੁਣ ਧਿਆਨ ਦੇਣਾ ਸਾਧ ਸੰਗਤ, ਇੱਧਰ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਅੰਤਮ ਸਮਾਂ ਨੇੜੇ ਆ ਗਿਆ। 3 ਅਗਸਤ 1661 ਨੂੰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਅੰਤਮ ਸਮਾਂ ਨੇੜੇ ਜਾਣਦਿਆਂ ਹੋਇਆਂ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਅਤੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਤੇ ਸਮੁੱਚੀ ਹੀ ਸਿੱਖ ਸੰਗਤ ਨੂੰ ਕਿਹਾ, ਸੰਗਤ ਜੀ ਅਗਲਾ ਤੁਹਾਡਾ ਜਿਹੜਾ ਗੁਰੂ ਹੈ ਉਹ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਹੈ। ਤੁਸੀਂ ਇਹਨਾਂ ਨੂੰ ਗੁਰੂ ਮੰਨਣਾ ਹੈ, ਇਹਨਾਂ ਨੂੰ ਗੁਰੂ ਕਰਕੇ ਜਾਣਨਾ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ। ਧਿਆਨ ਦੇਣਾ ਸਾਧ ਸੰਗਤ, ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, 8ਵੇਂ ਗੁਰੂ ਬਣੇ, ਜਦੋਂ ਉਹਨਾਂ ਨੂੰ ਗੁਰਿਆਈ ਮਿਲੀ ਤੇ ਕੁਝ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਆ ਗਿਆ ਕਿ ਮਹਾਰਾਜ ਤੇ ਅਜੇ ਬਾਲਕ ਨੇ, ਮਹਾਰਾਜ ਤੇ ਅਜੇ ਬਾਲ ਨੇ, ਉਹਨਾਂ ਦੀ ਤੇ ਉਮਰ ਕੇਵਲ 5.25 ਸਾਲ ਦੀ ਹੈ, ਉਹ ਗੁਰਿਆਈ ਦੀ ਜ਼ਿੰਮੇਵਾਰੀ ਕਿੱਦਾਂ ਨਿਭਾਉਣਗੇ, ਉਹ ਸਿੱਖ ਕੌਮ ਦੀ ਅਗਵਾਈ ਕਿੱਦਾਂ ਕਰਨਗੇ, ਸਿੱਖ ਸੰਗਤਾਂ ਦੀ ਅਗਵਾਈ ਕਿੱਦਾਂ ਕਰਨਗੇ। ਵੇਖੋ ਸਾਧ ਸੰਗਤ, ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਸਿੱਖ ਧਰਮ ਦੇ ਵਿੱਚ ਗੁਰੂ ਸਰੀਰ ਨੂੰ ਨਹੀਂ ਮੰਨਿਆ ਗਿਆ, ਬਲਕਿ ਗੁਰੂ ਤੇ ਜੋਤ ਹੈ, ਜੋਤ। ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ 'ਚ ਬਚਨ ਆਉਂਦੇ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਕਹਿੰਦੇ ਨੇ ਉਹ ਜਿਹੜੀ ਰੱਬੀ ਜੋਤ ਹੈ, ਉਹ ਰੱਬ ਨੇ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਦੇ ਵਿੱਚ ਟਿਕਾਈ ਤੇ ਵਾਰੀ ਵਾਰੀ 10 ਗੁਰੂਆਂ ਦੇ ਵਿੱਚ ਉਹ ਜੋਤ ਵਰਤੀ ਤੇ ਅੱਜ ਉਹ ਜੋਤ ਜਿਹੜੀ ਹੈ ਉਹ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਸ਼ੋਭਾਇਮਾਨ ਹੈ। ਸਰੀਰ ਗੁਰੂ ਨਹੀਂ, ਸਾਧ ਸੰਗਤ ਜੋਤ ਗੁਰੂ ਹੈ, ਜੋਤ ਗੁਰੂ। ਮੈਂ ਬੇਨਤੀ ਕਰਾਂ, ਵੇਖੋ ਜੇ ਆਪਾਂ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦੀ ਗੱਲ ਕਰੀਏ ਤੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਦੀ ਉਮਰ ਭਾਵੇਂ ਛੋਟੀ ਏ, ਪਰ ਮਹਾਰਾਜ ਅਕਲ ਕਰਕੇ ਬੜੇ ਵੱਡੇ ਨੇ। ਮਹਾਰਾਜ ਅੰਦਰ ਸਿਆਣਪ ਬਹੁਤ ਹੈ, ਸਮਝਦਾਰ ਨੇ। ਸਾਧ ਸੰਗਤ ਸਿਆਣਪ ਉਹਨਾਂ ਦੇ ਕੋਲ ਬਜ਼ੁਰਗਾਂ ਵਾਲੀ ਹੈ। ਵੇਖੋ ਜੀ, ਮੈਂ ਬੇਨਤੀ ਕਰਾਂ, ਸਿਆਣਪ ਦਾ ਨਾ, ਸਿਆਣਪ ਦਾ ਉਮਰ ਦੇ ਨਾਲ ਕੋਈ ਸੰਬੰਧ ਨਹੀਂ, ਸਿਆਣਪ ਦਾ ਉਮਰ ਦੇ ਨਾਲ ਕੋਈ ਸੰਬੰਧ ਨਹੀਂ। ਸਿਆਣਾ 5 ਸਾਲ ਦਾ ਬੱਚਾ ਵੀ ਹੋ ਸਕਦਾ ਹੈ ਤੇ ਮੈਂ ਬੇਨਤੀ ਕਰਾਂ ਸਿਆਣਾ ਬਜ਼ੁਰਗ ਵੀ ਹੋ ਸਕਦਾ। ਸਿਆਣਪ ਦੇ ਨਾਲ ਉਮਰ ਦਾ ਕੋਈ ਸੰਬੰਧ ਨਹੀਂ। ਵੇਖੋ ਸਾਧ ਸੰਗਤ, ਮੈਂ ਅਕਸਰ ਜਦੋਂ ਆਪਾਂ ਸਮਾਜ ਵਿੱਚ ਵਿਚਰਦੇ ਹਾਂ, ਮੈਂ 5 ਸਾਲ ਦੇ ਬੱਚੇ ਨੂੰ 60 ਸਾਲ ਦੇ ਬਜ਼ੁਰਗ ਨੂੰ ਸਿੱਖਿਆ ਦਿੰਦਾ ਵੇਖਿਆ ਏ, ਤੇ ਉਸੇ ਅਸੀਂ ਸਿਆਣਾ ਕਿਹਨੂੰ ਕਵਾਂਗੇ? 60 ਸਾਲ ਦੇ ਬਜ਼ੁਰਗ ਨੂੰ ਸਿਆਣਾ ਕਵਾਂਗੇ ਕਿ 5 ਸਾਲ ਦੇ ਬੱਚੇ ਨੂੰ ਸਿਆਣਾ ਕਵਾਂਗੇ ਜਿਹੜਾ ਬੱਚਾ 60 ਸਾਲ ਦੇ ਬਜ਼ੁਰਗ ਨੂੰ ਸਿੱਖਿਆ ਦਿੰਦਾ ਪਿਆ? ਇੱਕ 5 ਸਾਲ ਦਾ ਪੋਤਰਾ ਜਿਹੜਾ ਹੈ ਉਹ 80 ਸਾਲ ਦੇ ਆਪਣੇ ਦਾਦੇ ਨੂੰ ਕਹਿੰਦਾ ਪਿਆ ਹੈ, ਬਾਪੂ ਜੀ ਸ਼ਰਾਬ ਪੀਣੀ ਬੜੀ ਮਾੜੀ ਹੈ, ਇਹਨੂੰ ਛੱਡ ਦਿਓ। ਬਾਪੂ ਜੀ ਪਿੱਪਲ ਥੱਲੇ ਬਹਿ ਕੇ ਤਾਸ਼ ਖੇਡਣੀ ਬੜੀ ਮਾੜੀ ਹੈ। ਉੱਥੇ 80 ਸਾਲ ਦੇ ਬਜ਼ੁਰਗ ਨੂੰ ਸਿਆਣਾ ਕਵਾਂਗੇ ਕਿ 5 ਸਾਲ ਦੇ ਬੱਚੇ ਨੂੰ ਸਿਆਣਾ ਕਵਾਂਗੇ? ਸੋ ਕਹਿਣ ਤੋਂ ਮੁਰਾਦ ਸਾਧ ਸੰਗਤ, ਸਿਆਣਪ ਦਾ ਉਮਰ ਦੇ ਨਾਲ ਕੋਈ ਸੰਬੰਧ ਨਹੀਂ। ਸਾਧ ਸੰਗਤ, ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ, ਸੰਗਤਾਂ ਦੇ ਮਨ ਦੇ ਵਿੱਚ ਇਹ ਵਹਿਮ ਸੀ, ਇਹ ਭਰਮ ਸੀ, ਸ਼ੰਕਾ ਸੀ ਕਿ ਮਹਾਰਾਜ ਬਾਲ ਨੇ, ਬਾਲਕ ਨੇ, ਕਿਸ ਤਰ੍ਹਾਂ ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਣਗੇ, ਸਿੱਖ ਕੌਮ ਦੀ ਅਗਵਾਈ ਕਿੱਦਾਂ ਕਰਨਗੇ। ਪਰ ਸੱਚ ਜਾਣਿਓ, ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਬਣੇ, ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਤੇ ਸਤਿਗੁਰੂ ਪਾਤਸ਼ਾਹ ਨੇ ਬਹੁਤ ਹੀ ਵਧੀਆ, ਬਹੁਤ ਸੋਹਣੇ, ਬਹੁਤ ਸੁਚੱਜੇ ਢੰਗ ਦੇ ਨਾਲ ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਈ, ਸੰਗਤਾਂ ਦੀ ਰਹਿਨੁਮਾਈ ਕੀਤੀ, ਸਿੱਖ ਕੌਮ ਦੀ ਅਗਵਾਈ ਕੀਤੀ। ਇੰਨੇ ਸੋਹਣੇ ਢੰਗ ਦੇ ਨਾਲ ਗੁਰੂ ਸਾਹਿਬ ਨੇ ਸਿੱਖ ਕੌਮ ਦੀ ਅਗਵਾਈ ਕੀਤੀ ਕਿ ਸਿੱਖ ਸੰਗਤਾਂ ਹੈਰਾਨ ਰਹਿ ਗਈਆਂ। ਸੱਚ ਜਾਣਿਓ, ਕੀਰਤਪੁਰ ਸਾਹਿਬ ਦੀ ਧਰਤੀ ਤੇ ਦੀਵਾਨ ਸਜਦੇ ਨੇ, ਮਹਾਰਾਜ ਤਖਤ ਤੇ ਬਹਿੰਦੇ ਨੇ, ਸੀਸ ਤੇ ਚਵਰ ਝੁਲਦੇ ਨੇ। ਸਾਧ ਸੰਗਤ, ਸਿੱਖ ਸੰਗਤਾਂ ਆਉਂਦੀਆਂ ਨੇ
ਤੇ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਰੂਹਾਨੀਅਤ ਦਾ ਗਿਆਨ ਬਖਸ਼ਦੇ ਨੇ, ਜਿਉਂਦੇ ਜੀ ਉਹਨਾਂ ਨੂੰ ਮੁਕਤ ਕਰਦੇ ਨੇ। ਸਤਿਗੁਰੂ ਪਾਤਸ਼ਾਹ ਸਿੱਖ ਸੰਗਤਾਂ ਦੀ ਰਹਿਨੁਮਾਈ ਕਰਦੇ ਨੇ। ਔਰ ਧਿਆਨ ਦੇਣਾ, ਸਿੱਖ ਸੰਗਤਾਂ ਜਦੋਂ ਆ ਸਾਰਾ ਕੁਝ ਦੇਖਦੀਆਂ ਨੇ ਤੇ ਸਿੱਖ ਸੰਗਤਾਂ ਹੈਰਾਨ ਰਹਿ ਜਾਂਦੀਆਂ ਨੇ ਕਿ ਭਾਵੇਂ ਗੁਰੂ ਹਰਕ੍ਰਿਸ਼ਨ ਮਹਾਰਾਜ ਉਮਰ ਦੇ ਵਿੱਚ ਬਾਲਕ ਨੇ, ਛੋਟੇ ਨੇ, ਪਰ ਸਤਿਗੁਰੂ ਪਾਤਸ਼ਾਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਬਹੁਤ ਵਧੀਆ ਢੰਗ ਦੇ ਨਾਲ ਨਿਭਾਉਂਦੇ ਨੇ। ਹੁਣ ਧਿਆਨ ਦੇਣਾ ਸਾਧ ਸੰਗਤ, ਇੱਥੇ ਹੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਅਟਕਦਾ ਰਹਿਣ ਵਾਲਾ ਜਸਵੰਤ ਰਾਏ ਜਿਹੜਾ ਚੋਰ ਸੀ, ਚੋਰੀਆਂ ਕਰਦਾ ਸੀ, ਜਦੋਂ ਅਟਕਦੀ ਸੰਗਤ ਦੇ ਨਾਲ ਆਇਆ, ਮਨ ਦੇ ਵਿੱਚ ਸੋਚਦਾ ਏ ਕਿ ਮੈਂ ਕੀਰਤਪੁਰ ਜਾਵਾਂਗਾ ਸੰਗਤਾਂ ਦੇ ਨਾਲ ਤੇ ਉੱਥੋਂ ਕਿਤੇ ਨਾ ਕਿਤੇ ਮੈਨੂੰ ਜੋ ਵੀ ਚੋਰੀ ਕਰਨ ਦਾ ਮੌਕਾ ਮਿਲੇਗਾ ਮੈਂ ਚੋਰੀ ਕਰਕੇ ਲੈ ਕੇ ਆਵਾਂਗਾ। ਹੁਣ ਧਿਆਨ ਦੇਣਾ ਸਾਧ ਸੰਗਤ, ਜਦੋਂ ਇਹ ਅਟਕਦਾ ਰਹਿਣ ਵਾਲਾ ਰਾਜਾ ਜਸਵੰਤ ਰਾਏ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਕਮਸਤਕ ਹੋਣ ਲੱਗਾ ਨਾ, ਤੇ ਮਹਾਰਾਜ ਜਾਣੀ ਜਾਣ ਸੀ, ਸਤਿਗੁਰੂ ਪਾਤਸ਼ਾਹ ਜਾਣਦੇ ਸੀ ਇਹ ਚੋਰ ਹੈ, ਚੋਰੀਆਂ ਕਰਦਾ ਏ। ਤੇ ਜਦੋਂ ਮਹਾਰਾਜ ਨੂੰ ਨਕਮਸਤਕ ਹੋਣ ਲੱਗਾ, ਮਹਾਰਾਜ ਨੇ ਉਸੇ ਵੇਲੇ ਕਹਿ ਦਿੱਤਾ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਸੱਚ ਜਾਣਿਓ, ਉਹਨੂੰ ਪਤਾ ਲੱਗ ਗਿਆ ਕਿ ਇਹ ਬਚਨ ਸਤਿਗੁਰੂ ਪਾਤਸ਼ਾਹ ਨੇ ਮੇਰੇ ਵਾਸਤੇ ਉਚਾਰਨ ਕੀਤੇ ਨੇ, ਤੇ ਉਹ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਪੈ ਗਿਆ। ਮਹਾਰਾਜ ਕਹਿੰਦੇ, ਬਾਹਰੋਂ ਧਰਮ ਦਾ ਦਿਖਾਵਾ ਕਰਨ ਦੀ ਕੀ ਲੋੜ ਹੈ ਜੇ ਸਾਡੇ ਅੰਦਰ ਹੀ ਧਰਮ ਵਾਲੀ ਗੱਲ ਨਹੀਂ। ਤੇ ਤੌਬਾ ਕਰ ਗਿਆ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੂੰ, ਕਹਿੰਦਾ ਮਹਾਰਾਜ ਅੱਜ ਤੋਂ ਬਾਅਦ ਮੈਂ ਸੱਚੀ ਸੁੱਚੀ ਕਿਰਤ ਕਰਾਂਗਾ, ਦਸਾਂ ਨੌਹਾਂ ਦੀ ਕਿਰਤ ਕਰਾਂਗਾ। ਸਤਿਗੁਰੂ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਕਦੀ ਵੀ ਚੋਰੀ ਨਹੀਂ ਕਰਾਂਗਾ। ਇੱਥੇ ਹੀ ਬਸ ਨਹੀਂ ਸਾਧ ਸੰਗਤ, ਗੇਂਦਾ ਮੱਲ ਜਿਹੜਾ ਸ਼ਰਾਬੀ ਸੀ, ਕਬਾਬੀ ਸੀ, ਵਿਭਚਾਰੀ ਸੀ, ਤੇ ਮਨ ਦੇ ਅੰਦਰ ਸੋਚਦਾ ਏ ਮੈਂ ਸੰਗਤ ਦੇ ਨਾਲ ਆਇਆ, ਗੁਰੂ ਬਾਲਕ ਹੈ, ਮੈਂ ਗੁਰੂ ਨੂੰ ਮੱਥਾ ਟੇਕਾਂਗਾ, ਗੁਰੂ ਨੂੰ ਕੀ ਪਤਾ ਲੱਗਣਾ ਹੈ। ਪਰ ਧਿਆਨ ਦੇਣਾ, ਗੁਰੂ ਜਾਣੀ ਜਾਣ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਜਾਣਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖਣਾ ਕਾਹੂ ਭੀਨ। ਮਹਾਰਾਜ ਨੇ ਤੇ ਕਿਹਾ ਹਰ ਜੀਉ ਅੰਤਰ ਜਾਮੀ ਜਾਣ, ਕਰਤ ਬੁਰਾਈ ਮਾਨਕ ਤੇ ਛਪਾਈ, ਸਾਖੀ ਭੂਤ ਪਵਾਨ, ਹਰ ਜੀਉ ਅੰਤਰ ਜਾਮੀ ਜਾਣ। ਧਿਆਨ ਦੇਣਾ, ਗੇਂਦਾ ਮੱਲ ਜਦੋਂ ਅੱਗੇ ਆਇਆ, ਮਹਾਰਾਜ ਨੂੰ ਮੱਥਾ ਟੇਕਣ ਲੱਗਾ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੀਸ ਨਵਾਏ ਕਿਆ ਥੀਐ, ਜਾਂ ਹਿਰਦੈ ਕਸੁੱਧਾ ਜਾਹੇ। ਮਹਾਰਾਜ ਕਹਿੰਦੇ ਕੀ ਫਾਇਦਾ ਸਿਰ ਝੁਕਾਉਣ ਦਾ ਜੇ ਸਾਡੇ ਅੰਦਰ ਕੋਈ ਧਰਮ ਵਾਲੀ ਗੱਲ ਨਹੀਂ। ਗੁਰੂ ਹਰਕ੍ਰਿਸ਼ਨ ਮਹਾਰਾਜ ਕਹਿੰਦੇ ਨੇ ਤੂੰ ਸ਼ਰਾਬੀ ਹੈ, ਕਬਾਬੀ ਹੈ, ਵਿਭਚਾਰੀ ਹੈ, ਤੇ ਤੂੰ ਸਾਡੇ ਸਾਹਮਣੇ ਜਿਹੜਾ ਹੈ ਉਹ ਨਾਟਕ ਕਰਦਾ ਪਿਆ ਹੈ। ਮਹਾਰਾਜ ਦੇ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਅੱਜ ਤੋਂ ਬਾਅਦ ਮੈਂ ਕਦੀ ਵੀ ਕੋਈ ਮਾੜਾ ਕੰਮ ਨਹੀਂ ਕਰਾਂਗਾ। ਇੱਥੇ ਹੀ ਬਸ ਨਹੀਂ ਸਾਧ ਸੰਗਤ, ਜੇ ਆਪਾਂ ਰੋਪੜ ਦੇ ਰਹਿਣ ਵਾਲੇ ਸ਼ਾਹੂਕਾਰ ਰਾਜਾ ਰਾਮ ਦੀ ਗੱਲ ਕਰੀਏ, ਉਹ ਰਾਜਾ ਰਾਮ ਜਿਹਨੇ ਕਈ ਧੀਆਂ ਕੁੱਖ ਦੇ ਵਿੱਚ ਮਰਵਾ ਦਿੱਤੀਆਂ, ਕੀਰਤਪੁਰ ਸਾਹਿਬ ਆਇਆ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਜਦੋਂ ਦਰਬਾਰ ਦੇ ਅੰਦਰ ਆਉਣ ਲੱਗਾ, ਮਹਾਰਾਜ ਨੇ ਸਿੱਖ ਸੰਗਤਾਂ ਨੂੰ ਕਿਹਾ ਇਹਨੂੰ ਅੰਦਰ ਨਹੀਂ ਆਉਣ ਦੇਣਾ, ਇਹ ਪਾਪੀ ਏ, ਇਹਨੇ ਕਈ ਧੀਆਂ ਕੁੱਖ ਦੇ ਵਿੱਚ ਮਰਵਾ ਦਿੱਤੀਆਂ ਏ। ਤੇ ਇਸ ਰਾਜੇ ਰਾਮ ਨੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਕੋਲੋਂ ਮਾਫੀ ਮੰਗੀ ਕਿ ਸਤਿਗੁਰੂ ਪਾਤਸ਼ਾਹ ਜੀ ਮੈਂ ਅੱਗੇ ਤੋਂ ਕਦੀ ਵੀ ਕੋਈ ਮਾੜਾ ਕੰਮ ਨਹੀਂ ਕਰਾਂਗਾ। ਸਾਧ ਸੰਗਤ, ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ, ਸੰਗਤਾਂ ਦੇ ਸ਼ੰਕੇ ਨਿਵਰਤ ਕਰਦੇ ਨੇ, ਰੂਹਾਨੀਅਤ ਭਰਿਆ ਗਿਆਨ ਦਿੰਦੇ ਨੇ, ਸੰਗਤਾਂ ਦੀ ਰਹਿਨੁਮਾਈ ਕਰਦੇ ਨੇ। ਜਿਹੜੀਆਂ ਸੰਗਤਾਂ ਮਹਾਰਾਜ ਦੇ ਕੋਲ ਦੁੱਖ ਲੈ ਕੇ ਆਉਂਦੀਆਂ ਨੇ, ਸਤਿਗੁਰੂ ਪਾਤਸ਼ਾਹ ਉਹਨਾਂ ਸੰਗਤਾਂ ਦੇ ਦੁੱਖ ਕੱਟਦੇ ਨੇ। ਤੇ ਧਿਆਨ ਦੇਣਾ, ਪੂਰੀ ਦੁਨੀਆ ਦੇ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦੀ ਵਾਹ ਵਾਹ ਹੋ ਗਈ, ਸਤਿਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਹੋਣ ਲੱਗੀ। ਤੇ ਜਦੋਂ ਰਾਮ ਰਾਏ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ 8ਵੇਂ ਗੁਰੂ ਨੇ, ਗੁਰੂ ਜੋਤ ਵਿੱਚ ਵਰਤ ਰਹੇ ਨੇ, ਸੰਗਤਾਂ ਦਾ ਭਲਾ ਕਰ ਰਹੇ ਨੇ, ਸੰਗਤਾਂ ਉਹਨਾਂ ਨੂੰ ਪੂਜਦੀਆਂ ਨੇ, ਨਮਸਕਾਰਾਂ ਕਰਦੀਆਂ ਨੇ, ਮਹਾਰਾਜ ਦੀ ਵਾਹ ਵਾਹ ਹੋਈ ਏ।
ਤੇ ਇਹ ਜਿਹੜਾ ਰਾਮ ਰਾਏ ਉਸ ਸਮੇਂ ਦੇਹਰਾਦੂਨ ਰਹਿੰਦਾ ਸੀ, ਇਹ ਈਰਖਾ ਦੇ ਵਿੱਚ ਸੜ ਬਲ ਕੇ ਸਵਾਹ ਹੋ ਗਿਆ। ਇਹਨੇ ਔਰੰਗਜ਼ੇਬ ਨੂੰ ਕਿਹਾ, ਮੈਂ ਵੱਡਾ ਹਾਂ, ਗੁਰਤਾ ਗੱਦੀ ਤੇ ਹੱਕ ਮੇਰਾ ਹੈ, ਗੱਦੀ ਮੈਨੂੰ ਮਿਲਣੀ ਚਾਹੀਦੀ ਏ। ਤੇ ਗੱਦੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਮਿਲੀ। ਉਹ ਬੜੇ ਆਰਾਮ ਦੇ ਨਾਲ ਕੀਰਤਪੁਰ ਰਹਿ ਰਹੇ ਨੇ, ਇਸ ਕਰਕੇ ਗੱਦੀ ਜਿਹੜੀ ਹੈ ਉਹ ਮੈਨੂੰ ਮਿਲਣੀ ਚਾਹੀਦੀ। ਜਦੋਂ ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਇੱਕ ਫਿਰ ਪੱਤਰ ਲਿਖਿਆ ਕਿ ਸਤਿਗੁਰੂ ਪਾਤਸ਼ਾਹ ਜੀ, ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤੇ ਮਹਾਰਾਜ ਨੇ ਇਹ ਗੱਲ ਕਹੀ। ਵੇਖੋ ਮਹਾਰਾਜ ਦੇ ਅੰਦਰ ਦੀ ਨਿਰਭਉਤਾ। ਮਹਾਰਾਜ ਕਹਿੰਦੇ ਨੇ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਨਹਿ ਮਲੇਸ਼ ਕੋ ਦਰਸ਼ਨ ਲੈ ਹੈ। ਔਰੰਗਜ਼ੇਬ ਤੂੰ ਮਲੇਸ਼ ਹੈ, ਤੂੰ ਆਪਣੀ ਮਾਤਾ ਪਿਤਾ ਭਰਾਵਾਂ ਦਾ ਕਤਲ ਕਰਕੇ ਰਾਜ ਭਾਗ ਪ੍ਰਾਪਤ ਕੀਤਾ, ਤੂੰ ਦੁਨੀਆ ਦਾ ਸਭ ਤੋਂ ਘਟੀਆ ਇਨਸਾਨ ਹੈ। ਨਾ ਤੇ ਅਸੀਂ ਤੈਨੂੰ ਦਰਸ਼ਨ ਦੇਣੇ ਨੇ ਤੇ ਨਾ ਅਸੀਂ ਤੇਰੇ ਦਰਸ਼ਨ ਲੈਣੇ ਨੇ। ਮਹਾਰਾਜ ਕਹਿੰਦੇ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਨਹਿ ਮਲੇਸ਼ ਕੇ ਦਰਸ਼ਨ ਲੈ ਹੈ। ਜਦੋਂ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਮਹਾਰਾਜ ਦਿੱਲੀ ਨਹੀਂ ਆ ਰਹੇ, ਰਾਜਾ ਜੈ ਸਿੰਘ ਨੂੰ ਬੇਨਤੀ ਕੀਤੀ ਤੇ ਰਾਜਾ ਜੈ ਸਿੰਘ ਨੇ 50 ਘੋੜ ਸਵਾਰ ਭੇਜੇ। ਮਹਾਰਾਜ ਤੁਸੀਂ ਦਿੱਲੀ ਆਓ, ਤੁਸੀਂ ਸਾਡੇ ਕੋਲ ਰਹੋ। ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਦੀ ਧਰਤੀ ਤੇ ਗਏ, ਰਾਜਾ ਜੈ ਸਿੰਘ ਦੇ ਘਰ ਗਏ। ਉਹ ਰਾਜਾ ਜੈ ਸਿੰਘ ਦਾ ਘਰ ਜਿੱਥੇ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਏ। ਭਾਗਾਂ ਵਾਲਿਓ, ਜਿਹਨੂੰ ਅੱਜ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਅਸਥਾਨ ਦੇ ਨਾਮ ਨਾਲ ਯਾਦ ਕਰਦੇ ਹਾਂ, ਇਹ ਰਾਜਾ ਜੈ ਸਿੰਘ ਦਾ ਘਰ ਜਿੱਥੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਚਰਨ ਪਾਏ। ਔਰੰਗਜ਼ੇਬ ਦੇ ਨਾ ਦਰਸ਼ਨ ਕੀਤੇ, ਨਾ ਔਰੰਗਜ਼ੇਬ ਨੂੰ ਦਰਸ਼ਨ ਦਿੱਤੇ। ਤੇ ਸਾਧ ਸੰਗਤ, ਇਸੇ ਹੀ ਸਮੇਂ ਦੌਰਾਨ ਦਿੱਲੀ ਦੀ ਧਰਤੀ ਤੇ ਚੇਚਕ ਦੀ ਬਿਮਾਰੀ ਫੈਲ ਗਈ ਤੇ ਮਹਾਰਾਜ ਨੇ ਵੇਖਿਆ ਲੋਕ ਧੜਾ ਧੜ ਮਰ ਰਹੇ ਨੇ, ਲੋਕ ਬੜੇ ਦੁਖੀ ਨੇ। ਜਿੰਨਾ ਦਸਵੰਧ ਦਾ ਧਨ ਸੀ, ਜਿੰਨਾ ਗੁਰੂ ਘਰ ਦਾ ਜਿਹੜਾ ਪੈਸਾ ਸੀ, ਉਹ ਸਾਰਾ ਮਹਾਰਾਜ ਨੇ ਉੱਥੇ ਲੋੜਵੰਦਾਂ ਦੀ ਸੇਵਾ ਦੇ ਵਿੱਚ ਲਾ ਦਿੱਤਾ। ਆਪ ਮਹਾਰਾਜ ਨੇ ਸੇਵਾਵਾਂ ਕੀਤੀਆਂ। ਉਹ ਰੋਗ ਲੋਕਾਂ ਦਾ ਮਹਾਰਾਜ ਨੇ ਆਪਣੇ ਉੱਤੇ ਲੈ ਲਿਆ ਤੇ ਸਤਿਗੁਰੂ ਪਾਤਸ਼ਾਹ ਦਿੱਲੀ ਜਮਨਾ ਦੇ ਕੰਢੇ ਚਲੇ ਗਏ। ਇੱਥੇ ਹੀ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਹੇ 30 ਮਾਰਚ 1664 ਨੂੰ ਕਿ ਬਾਬਾ ਬਸੈ ਗ੍ਰਾਮ ਬਕਾਲੇ। ਇਹ ਬਚਨ ਕਹਿ ਕੇ ਇੱਥੇ ਹੀ ਜਮਨਾ ਦੇ ਕੰਢੇ ਤੇ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਬਣਿਆ, ਇੱਥੇ ਹੀ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾ ਗਏ। ਸਾਧ ਸੰਗਤ, ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ, ਬਾਲਾ ਪ੍ਰੀਤਮ ਸਤਿਗੁਰੂ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਜੀਵਨ ਬੜਾ ਮਹਾਨ ਹੈ। ਸਤਿਗੁਰੂ ਪਾਤਸ਼ਾਹ ਨੇ ਬਹੁਤ ਸਾਰੇ ਪਰ ਉਪਕਾਰ ਕੀਤੇ, ਸਿੱਖੀ ਦਾ ਪ੍ਰਚਾਰ ਕੀਤਾ, ਸਿੱਖ ਸੰਗਤਾਂ ਨੂੰ ਇੱਕ ਰੱਬ ਦੇ ਨਾਲ ਜੋੜਿਆ, ਲੋਕਾਂ ਨੂੰ ਵਹਿਮਾਂ ਭਰਮਾਂ ਪਖੰਡਾਂ ਵਿੱਚੋਂ ਬਾਹਰ ਕੱਢਿਆ। ਤੇ ਅੱਜ ਸਾਡਾ ਫਰਜ਼ ਬਣਦਾ ਹੈ ਅਸੀਂ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਏ ਹੋਏ ਪੂਰਨਿਆ ਤੇ ਚੱਲੀਏ, ਕਿਉਂਕਿ ਇਹ ਮਨੁੱਖ ਦਾ ਸੁਭਾਅ ਹੈ। ਹਮ ਜਬ ਵੀ ਤੁਮਾਰੇ ਦਰ पे गए, हाथों में लेके फूल गए, वो फिरना हर्षु मक्के का, वो गिरना रुकते पर्वत का, हर बात तुम्हारी याद रही, पैगाम तुम्हारा भूल गए, पैगाम तुम्हारा भूल गए। ਹੋਰ ਸਾਰਾ ਕੁਝ ਸਾਨੂੰ ਯਾਦ ਰਹਿ ਜਾਂਦਾ ਹੈ, ਪਰ ਜੇ ਸਾਨੂੰ ਕੁਝ ਭੁੱਲ ਜਾਂਦਾ ਹੈ, ਉਹ ਗੁਰੂ ਦਾ ਉਪਦੇਸ਼ ਭੁੱਲ ਜਾਂਦਾ ਹੈ। ਜਿਹੜਾ ਮਹਾਰਾਜ ਨੇ ਜਸਵੰਤ ਰਾਏ ਨੂੰ ਦਿੱਤਾ, ਉਹ ਕੱਲਾ ਉਹਨੂੰ ਨਹੀਂ ਦਿੱਤਾ, ਉਹ ਉਪਦੇਸ਼ ਸਾਡੇ ਵਾਸਤੇ ਵੀ ਹੈ। ਗੇਂਦਾ ਮੱਲ ਜਿਹੜਾ ਨਸ਼ੇ ਕਰਦਾ ਸੀ, ਉਹ ਉਪਦੇਸ਼ ਕੱਲਾ ਉਹਦੇ ਵਾਸਤੇ ਨਹੀਂ, ਉਹ ਉਪਦੇਸ਼ ਸਾਡੇ ਵਾਸਤੇ ਵੀ ਹੈ। ਸਾਧ ਸੰਗਤ, ਰਾਜਾ ਰਾਮ ਰੋਪੜ ਦਾ ਰਹਿਣ ਵਾਲਾ, ਜਿਹਨੇ ਧੀਆਂ ਕੁੱਖ ਦੇ ਵਿੱਚ ਮਾਰੀਆਂ, ਮਹਾਰਾਜ ਨੇ ਜਿਹੜਾ ਉਹਨੂੰ ਉਪਦੇਸ਼ ਦਿੱਤਾ, ਉਹ ਕੱਲਾ ਉਹਦੇ ਵਾਸਤੇ ਨਹੀਂ, ਉਹ ਸਾਡੇ ਵਾਸਤੇ ਵੀ ਹੈ। ਜੇ ਗੁਰੂ ਦੇ ਦੱਸੇ ਹੋਏ ਉਪਦੇਸ਼ ਤੇ ਚੱਲਾਂਗੇ, ਜੀਵਨ ਸਫਲਾ ਬਣੇਗਾ। ਮਹਾਰਾਜ ਨੇ ਕਿਹਾ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਸਤਿਗੁਰ ਆਖੈ ਕਾਰ, ਸੋ ਕਾਰ ਕਮਾਈਐ। ਗੁਰੂ ਜਿਹੜਾ ਕੰਮ ਕਰਨ ਵਾਸਤੇ ਕਹਿੰਦਾ ਹੈ, ਉਹ ਕੰਮ ਕਰੀਏ, ਕਿਉਂਕਿ ਗੁਰੂ ਨੂੰ ਮੰਨਣਾ ਕੱਲਾ ਗੁਰੂ ਨੂੰ ਮੱਥਾ ਟੇਕਣਾ ਨਹੀਂ, ਗੁਰੂ ਨੂੰ ਮੰਨਣ ਦਾ ਮਤਲਬ ਹੈ ਗੁਰੂ ਦਾ ਹਰ ਹੁਕਮ ਮੰਨਣਾ। ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ, ਤੁਧਨੋ ਨਿਵਣ ਮੰਨਣ ਤੇਰਾ ਨਾਉ। ਸੋ ਸਾਧ ਸੰਗਤ, ਬਹੁਤ ਸੋਹਣਾ ਉਪਰਾਲਾ ਇਹ ਜੋ ਅਨਹਦ ਕੀਰਤਨ ਸੁਸਾਇਟੀ ਯੂਕੇ ਤੋਂ ਚੈਨਲ ਚੱਲਦਾ ਹੈ, ਜਿਹੜੇ ਘਰ ਬੈਠੀਆਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਦੇ ਨੇ। ਮੈਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ। ਸਤਿਗੁਰੂ ਪਾਤਸ਼ਾਹ
ਇਹਨਾਂ ਵੀਰਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਧੰਨਵਾਦ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ। ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਤਰਸ ਕਰਨ, ਸਾਡੇ ਤੇ ਬਖਸ਼ਿਸ਼ ਕਰਨ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ। ਜੋ ਪੂਰਨੇ ਸਤਿਗੁਰੂ ਪਾ ਕੇ ਗਏ ਨੇ, ਕਿਰਪਾ ਕਰਕੇ ਮਹਾਰਾਜ ਉਹਨਾਂ ਪੂਰਨਿਆਂ ਤੇ ਚੱਲਣ ਦੀ ਸਤਿਗੁਰੂ ਪਾਤਸ਼ਾਹ ਸਾਡੇ ਅੰਦਰ ਬਲ ਸਮਰੱਥਾ ਬਖਸ਼ਿਸ਼ ਕਰਨ। ਕਥਾ ਕਰਦਿਆਂ ਹੋਈਆਂ ਭੁੱਲਾਂ ਮਾਫ ਕਰ ਦੇਣੀਆਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।